नमस्कार एसडीटीवी प्राइम देख रहे सारे दर्शकों का स्वागत। मैं हाँ शमी डावरा ते लैके हाजिर हाँ प्रोग्राम कौन बनेगा प्रधान। दोस्तों ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀ ਨਗਰ ਕੌਂਸਲਾਂ ਦੀਆਂ ਚੋਣਾਂ ਹੋਈਆਂ ਤੇ ਚੋਣਾਂ ਤੋਂ ਬਾਅਦ ਅਸੀਂ ਆਪਣੇ ਆਪਣੇ ਐਮਸੀ ਨੰਗਲ, ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਰੋਪੜ ਤੇ ਹੋਰ ਜਿੱਥੇ ਵੀ ਸਾਰੇ ਪੰਜਾਬ ਦੇ ਵਿੱਚ ਚੋਣਾਂ ਹੋਈਆਂ ਜਿੱਤ ਲਏ। ਸਾਡੇ ਇਲਾਕੇ ਦੇ ਵਿੱਚ ਵੀ ਇਹ ਚੋਣਾਂ ਹੋਈਆਂ ਤਾਂ ਅਸੀਂ ਬਹੁਤ ਸਾਰੇ ਨਵੇਂ ਐਮਸੀ ਬਣੇ ਤੇ ਹੁਣ ਅਗਲੀ ਜਿਹੜੀ ਕਾਰਵਾਈ ਹੈ ਉਹ ਐਮਸੀਆਂ ਦੇ ਵਿੱਚੋਂ ਪ੍ਰਧਾਨ ਬਣਨ ਦੀ ਹੈ। ਬਹੁਤ ਸਾਰੇ ਸ਼ਹਿਰ ਵਾਸੀਆਂ ਦੇ ਮਾਈਂਡ ਦੇ ਵਿੱਚ ਇਹ ਗੱਲ ਹੈ ਵੀ ਆਖਿਰ ਇਸ ਵਾਰ ਪ੍ਰਧਾਨ ਕੌਣ ਬਣੇਗਾ, ਕਿਉਂਕਿ ਪਿਛਲੀਆਂ 2 ਟਰਮਸ ਦੇ ਵਿੱਚ ਅਨੰਦਪੁਰ ਸਾਹਿਬ ਨਗਰ ਕੌਂਸਲ ਤੇ ਨੰਗਲ ਨਗਰ ਕੌਂਸਲ ਦੇ ਉੱਤੇ ਜਨਰਲ ਕੈਟਾਗਰੀ ਦੇ ਪ੍ਰਧਾਨ ਕਾਬਿਜ਼ ਰਹੇ ਨੇ ਤੇ ਕਿਹਾ ਜਾਂਦਾ ਹੈ ਕਿ ਜਦੋਂ ਵੀ ਇਹ ਚੋਣਾਂ ਹੁੰਦੀਆਂ ਨੇ ਤਾਂ ਇਹ ਪ੍ਰਧਾਨਗੀ ਦਾ ਪਦ ਰੋਟੇਸ਼ਨ ਪ੍ਰਣਾਲੀ ਦੇ ਵਿੱਚ ਆ ਜਾਂਦਾ ਹੈ ਵੀ ਰੋਟੇਟ ਹੋ ਜਾਂਦਾ ਹੈ। ਉਹ ਕਦੀ ਰਿਜ਼ਰਵ ਹੋ ਜਾਂਦਾ ਹੈ, ਵੂਮਨ ਰਿਜ਼ਰਵ ਹੋ ਜਾਂਦਾ ਹੈ ਜਾਂ ਐਸਸੀ ਰਿਜ਼ਰਵ ਹੋ ਜਾਂਦਾ ਹੈ ਜਾਂ ਫਿਰ ਜਨਰਲ ਹੀ ਰਹਿ ਜਾਂਦਾ ਹੈ। ਇਹ ਕਾਫੀ ਕੁਝ ਦੇਖਿਆ ਜਾਂਦਾ ਹੈ ਔਰ ਵਾਕਈ ਇਸ ਵਾਰ ਵੀ ਸਰਕਾਰ ਰੋਟੇਸ਼ਨ ਕਰੇਗੀ। ਰੋਟੇਸ਼ਨ ਦੇ ਵਿੱਚ ਨੰਗਲ, ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ, ਮੈਂ ਇਹਨਾਂ ਤਿੰਨਾਂ ਨਗਰ ਕੌਂਸਲਾਂ ਦੀ ਨਗਰ ਪੰਚਾਇਤ ਹੈ ਕੀਰਤਪੁਰ ਸਾਹਿਬ ਦੀ ਗੱਲ ਕਰਾਂਗਾ ਅੱਜ। ਲੇਕਿਨ ਕਿਉਂਕਿ ਅਨੰਦਪੁਰ ਸਾਹਿਬ ਨਗਰ ਕੌਂਸਲ ਦਾ ਪ੍ਰਧਾਨ ਕੌਣ ਬਣੇਗਾ ਇਸ ਬਾਰੇ ਹੀ ਗੱਲ ਕਰਾਂਗੇ। ਬਾਅਦ ਦੇ ਵਿੱਚੋਂ ਨੰਗਲ ਤੇ ਆਪਾਂ ਕੀਰਤਪੁਰ ਸਾਹਿਬ ਦੀ ਗੱਲ ਵੀ ਪਰਸੋਂ ਜਾਂ ਕੱਲ ਫਿਰ ਕਰਾਂਗੇ। ਲੇਕਿਨ ਅਨੰਦਪੁਰ ਸਾਹਿਬ ਨਗਰ ਕੌਂਸਲ ਅਗਰ ਰੋਟੇਸ਼ਨ ਦੇ ਵਿੱਚ ਆਉਂਦੀ ਹੈ, ਦੇਖੋ ਰੋਟੇਸ਼ਨ ਹੋਏਗੀ ਔਰ ਇਹ ਸਰਕਾਰ ਦਾ ਹੱਕ ਵੀ ਹੈ, ਸਰਕਾਰ ਕਰਦੀ ਵੀ ਹੈ ਤੇ ਇਹ ਵੀ ਬਹੁਤ ਸਾਰੇ ਲੋਕਾਂ ਨੂੰ ਹੈ ਭਰੋਸਾ ਵੀ ਅਗਰ ਰੋਟੇਸ਼ਨ ਹੁੰਦੀ ਹੈ ਤਾਂ ਹਲਕਾ ਵਿਧਾਇਕ ਨੂੰ ਇਹ ਹੱਕ ਹੁੰਦਾ ਹੈ ਵੀ ਅਗਰ ਉਹ ਸੱਤਾ ਧਿਰ ਦਾ ਹੈ ਤਾਂ ਉਹ ਆਪਣੀ ਮਰਜ਼ੀ ਦਾ ਜਿਹੜਾ ਹੈ ਪ੍ਰਧਾਨ ਬਣਵਾ ਸਕਦਾ ਹੈ, ਰੋਟੇਸ਼ਨ ਦੇ ਵਿੱਚ ਉਸ ਨੂੰ ਹਟਵਾ ਸਕਦਾ ਹੈ। ਹਲਕਾ ਐਮਐਲਏ ਨੂੰ ਜਿਹੜਾ ਹੱਕ ਹੁੰਦਾ ਹੈ ਉਹ ਵਾਕਈ ਹੀ ਹੁੰਦਾ ਹੈ ਕਿ ਉਹ ਆਪਣੀ ਮਰਜ਼ੀ ਦਾ ਕੋਸ਼ਿਸ਼ ਕਰਦਾ ਵੀ ਮੇਰੀ ਮਰਜ਼ੀ ਦਾ ਪ੍ਰਧਾਨ ਜਿਹੜਾ ਉਹ ਨਗਰ ਕੌਂਸਲ ਦਾ ਬਣੇ, ਰੋਟੇਸ਼ਨ ਤੋਂ ਹਟਾਉਣ ਦੀ ਕੋਸ਼ਿਸ਼ ਕਰਦਾ। ਤੇ ਅਸੀਂ ਜਾਣਦੇ ਹਾਂ ਕਿ ਸਾਡੇ ਹਲਕੇ ਦੇ ਵਿੱਚ ਰਾਣਾ KP ਸਿੰਘ ਕਾਂਗਰਸ ਦੇ ਸੱਤਾ ਧਿਰ ਦੇ ਵਿਧਾਇਕ ਨੇ ਤੇ ਉਹ ਇਸ ਵਕਤ ਵਿਧਾਨ ਸਭਾ ਦੇ ਸਪੀਕਰ ਵੀ ਨੇ, ਪਰ ਉਹਨਾਂ ਦੇ ਹੱਕ ਵੀ ਸੀਮਤ ਨੇ। ਹਲਕਾ ਵਿਧਾਇਕ ਆਪਣੇ ਜੋ ਹਲਕਾ ਹੈ ਉਸ ਦੇ ਵਿੱਚੋਂ ਜਿੰਨੀਆਂ ਕੌਂਸਲਰਸ ਨੇ, ਜਿੰਨੇ ਕੌਂਸਲਸ ਨੇ, ਉਹਨਾਂ ਕੌਂਸਲ ਦੇ ਵਿੱਚੋਂ ਇੱਕ ਦਾ ਹੱਕ ਰੱਖਦਾ ਵੀ ਉਹ ਆਪਣੀ ਮਰਜ਼ੀ ਨਾਲ ਉਸ ਨੂੰ ਰੋਟੇਸ਼ਨ ਤੋਂ ਬਚਾ ਸਕਦਾ ਹੈ। ਤਾਂ ਮੇਰੇ ਹਿਸਾਬ ਦੇ ਨਾਲ ਅਗਰ ਇਹ ਇੱਕ ਦਾ ਹੱਕ ਹੈ, ਵਾਕਈ ਇੱਕ ਦਾ ਹੱਕ ਹੈ, ਤਾਂ ਰਾਣਾ ਜੀ ਨੰਗਲ ਦੇ ਜਿਹੜੀ ਕੌਂਸਲ ਅਗਰ ਰੋਟੇਸ਼ਨ 'ਚ ਆਉਂਦੀ ਹੈ ਉਹ ਵੀ ਆਏਗੀ, ਕਿਉਂਕਿ ਪਿਛਲੇ 2 ਟਰਮਸ ਦੇ ਵਿੱਚ ਉੱਥੇ ਵੀ ਜਰਨਲ ਸੀਗੇ ਪ੍ਰਧਾਨ ਤੇ ਉਹ ਵੀ ਰੋਟੇਸ਼ਨ 'ਚ ਆਏਗੀ। ਤਾਂ ਉਹ ਕੋਸ਼ਿਸ਼ ਕਰਨਗੇ ਕਿ ਨੰਗਲ ਦੀ ਕੌਂਸਲ ਨੂੰ ਇੱਕ ਵਾਰ ਫਿਰ ਜਿਹੜਾ ਹੈ ਉਹ ਜਨਰਲ ਕੈਟਾਗਰੀ ਦਾ ਪ੍ਰਧਾਨ ਬਣੇ ਤੇ ਅਨੰਦਪੁਰ ਸਾਹਿਬ ਲਈ ਉਹ ਕੋਸ਼ਿਸ਼ ਨਹੀਂ ਕਰਨਗੇ। ਕੀਰਤਪੁਰ ਸਾਹਿਬ ਪਹਿਲੀ ਵਾਰ ਚੋਣਾਂ ਹੋਈਆਂ ਉੱਥੇ ਵੀ ਕੋਸ਼ਿਸ਼ ਨਹੀਂ ਕਰਨਗੇ। ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਵੈਸੇ ਵੀ ਕੋਸ਼ਿਸ਼ ਕਰਨ ਦਾ ਹੱਕ ਸ਼ਾਇਦ ਉਹਨਾਂ ਨੂੰ ਨਹੀਂ ਹੋਏਗਾ, ਕਿਉਂਕਿ ਅਨੰਦਪੁਰ ਸਾਹਿਬ ਜਾਂ ਕੀਰਤਪੁਰ ਸਾਹਿਬ ਦੇ ਵਿੱਚ ਹੱਥ ਦੇ ਚੋਣ ਨਿਸ਼ਾਨ ਜੋ ਕਾਂਗਰਸ ਦਾ ਚੋਣ ਨਿਸ਼ਾਨ ਹੈ ਉਸ ਉੱਤੇ ਚੋਣਾਂ ਨਹੀਂ ਲੜੀਆਂ ਗਈਆਂ। ਸਾਰੇ ਦੇ ਸਾਰੇ ਉਮੀਦਵਾਰ ਆਜ਼ਾਦ ਲੜੇ, ਜਦਕਿ ਨੰਗਲ ਦੇ ਵਿੱਚ ਬਕਾਇਦਾ ਹੱਥ ਚੋਣ ਨਿਸ਼ਾਨ ਦੇ ਉੱਤੇ 15 ਉਮੀਦਵਾਰ 19 ਦੇ ਵਿੱਚੋਂ ਜਿੱਤੇ ਨੇ। ਇੱਥੇ ਇਹ ਵੀ ਦੱਸਦਾ ਕਿ ਇਸ ਵਾਰ ਜਿਸ ਤਰ੍ਹਾਂ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ 50% ਰਿਜ਼ਰਵੇਸ਼ਨ ਜਿਹੜੀ ਹੈ ਉਹ ਔਰਤਾਂ ਨੂੰ ਮਿਲ ਗਈ ਸੀਗੀ ਵਾਰਡਾਂ ਦੇ ਵਿੱਚ ਚੋਣਾਂ ਲੜਨ ਦੇ ਲਈ, ਉਸੇ ਤਰ੍ਹਾਂ ਹੀ ਜਦੋਂ ਪ੍ਰਧਾਨਗੀ ਦੀਆਂ ਸੀਟਾਂ ਦੀ ਗੱਲ ਹੋਏਗੀ ਤਾਂ ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਇਹ ਵੀ ਹੋ ਸਕਦਾ ਹੈ ਕਿ 50% ਜਿਹੜੀਆਂ ਸੀਟਾਂ ਪ੍ਰਧਾਨਗੀ ਦੀਆਂ ਉਹ ਔਰਤਾਂ ਦੇ ਲਈ ਰਾਖਵੀਆਂ ਕਰ ਦਿੱਤੀਆਂ ਜਾਣ। ਫਿਰ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਤੇ ਵੀ ਹੋ ਸਕਦਾ ਹੈ ਕੋਈ ਔਰਤ ਕਾਬਜ਼ ਹੋ ਜਾਵੇ। ਅਨੰਦਪੁਰ ਸਾਹਿਬ ਦੇ ਵਿੱਚ ਆਜ਼ਾਦ ਹੀ ਖੜੇ ਸਨ ਸਾਰੇ। ਕਾਂਗਰਸ ਪਾਰਟੀ 2 ਧੜਿਆਂ 'ਚ ਵੰਡੀ ਹੋਈ ਸੀਗੀ। ਕਾਂਗਰਸ ਨੇ ਕਾਂਗਰਸ ਨਾਲ ਮੁਕਾਬਲਾ ਕੀਤਾ ਤੇ ਕਿਹਾ ਜਾਂਦਾ ਹੈ ਹਰਜੀਤ ਸਿੰਘ ਜੀਤਾ ਜੋ ਪਹਿਲੇ ਪ੍ਰਧਾਨ ਸਨ ਉਹਨਾਂ ਦਾ ਧੜਾ ਜਿਹੜਾ ਹੈ ਉਹ ਇਸ ਵਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਦੇ ਲਗਭਗ 7 ਉਹਨਾਂ ਸਮੇਤ ਉਹਨਾਂ ਦੇ 6 ਹੋਰ ਜਿਹੜੇ ਆ ਉਹ MC ਬਣੇ ਨੇ ਉਹਨਾਂ ਦੇ ਧੜੇ ਦੇ। ਇਸੇ ਤਰ੍ਹਾਂ ਅਸੀਂ ਜਾਣਦੇ ਹਾਂ ਕਿ 2 ਕਿਹਾ ਜਾਂਦਾ ਸੀ ਵੀ ਭਾਜਪਾ ਸਮਰਥਿਤ ਜਿਹੜੇ 2 ਉਮੀਦਵਾਰ ਨੇ, ਇੱਕ ਦਲਜੀਤ ਸਿੰਘ ਕੈਂਥ ਤੇ ਇੱਕ ਪ੍ਰਵੀਨ ਕੌਸ਼ਲ, ਇਹ ਜਿੱਤੇ ਨੇ। ਬਾਕੀ ਸੱਚਮੁੱਚ ਆਜ਼ਾਦ ਸੀਗੇ, ਜਿਸ ਤਰ੍ਹਾਂ 11 ਨੰਬਰ ਦੇ ਵਿੱਚੋਂ ਜਿੱਤੀ ਹੋਈ ਬਲਵੀਰ ਕੌਰ ਸੀਗੇ ਤੇ ਹੋਰ ਜਿਹੜੇ ਸੀਗੇ ਇਹ ਬਾਕੀ ਜਿਹੜੇ ਹੈ ਉਹ ਆਜ਼ਾਦ ਜਿੱਤੇ ਸੀ। ਲੇਕਿਨ ਹੁਣ ਸਥਿਤੀ ਕੀ ਹੈ? 13 ਵਾਰਡਾਂ ਦੇ ਵਿੱਚ ਜਿਹੜੇ ਜਿੱਤੇ ਸੀ ਅਨੰਦਪੁਰ ਸਾਹਿਬ 'ਚੋਂ, ਪਹਿਲਾਂ ਉਹਨਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਵਾਰਡ ਨੰਬਰ 1 ਜੋ ਕਿ ਔਰਤਾਂ ਦੇ ਲਈ ਰਾਖਵਾਂ ਸੀ, ਇਸ ਦੇ ਵਿੱਚੋਂ ਜਸਵੀਰ ਕੌਰ ਨੇ ਜਿੱਤ ਪ੍ਰਾਪਤ ਕੀਤੀ ਸੀ। ਵਾਰਡ ਨੰਬਰ 2 ਜੋ ਕਿ SC ਰਿਜ਼ਰਵ ਹੈ, ਇਹਦੇ ਵਿੱਚੋਂ ਕਮਲਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਸੀ। ਵਾਰਡ ਨੰਬਰ 3 ਜੋ ਕਿ ਔਰਤਾਂ ਦੇ ਲਈ ਰਿਜ਼ਰਵ ਹੈ, ਇਸ ਦੇ ਵਿੱਚੋਂ ਮਨਪ੍ਰੀਤ ਕੌਰ ਅਰੋੜਾ ਨੇ ਜਿੱਤ ਪ੍ਰਾਪਤ ਕੀਤੀ ਸੀ। ਵਾਰਡ ਨੰਬਰ 4 ਜੋ ਕਿ ਜਰਨਲ ਹੈ, ਇੱਥੋਂ ਜਸਵਿੰਦਰ ਸਿੰਘ ਰਤਨ ਨੇ ਜਿੱਤ ਪ੍ਰਾਪਤ ਕੀਤੀ ਸੀ। ਵਾਰਡ ਨੰਬਰ 5 ਤੋਂ ਜੋ ਕਿ ਇਹ ਵੀ ਔਰਤਾਂ ਦੀ ਰਾਖਵਾਂ, ਇੱਥੇ ਪ੍ਰਵੀਨ ਕੌਸ਼ਲ ਜੋ ਕਿ ਭਾਜਪਾ ਸਮਰਥਨ ਨੇ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 6 ਦੇ ਵਿੱਚੋਂ ਜੋ SC ਰਿਜ਼ਰਵ ਸੀਗਾ, ਇੱਥੇ ਦਲਜੀਤ ਸਿੰਘ ਕੈਂਥ MC ਬਣੇ ਨੇ।
ਤੇ ਵਾਰਡ ਨੰਬਰ 7 ਜੋ ਕਿ ਔਰਤਾਂ ਦੇ ਲਈ ਰਾਖਵਾਂ ਸੀ, ਇੱਥੇ ਗੁਰਪ੍ਰੀਤ ਕੌਰ ਅਰੋੜਾ ਜਿੱਤੇ ਨੇ। ਤੇ ਵਾਰਡ ਨੰਬਰ 8 ਜੋ ਕਿ ਬੈਕਵਰਡ ਕਲਾਸ BC ਰਿਜ਼ਰਵ ਹੈ, ਇੱਥੋਂ ਪਰਮਵੀਰ ਸਿੰਘ ਜੋ ਕਿ ਜੈਮਲ ਸਿੰਘ, ਡਾਕਟਰ ਜੈਮਲ ਸਿੰਘ ਦੇ ਪੋਤਰੇ ਨੇ, ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 9 ਜੋ ਕਿ ਜਨਰਲ ਹੈ, ਇੱਥੋਂ ਹਰਜੀਤ ਸਿੰਘ ਜੀਤਾ ਜੋ ਕਿ ਸਾਬਕਾ ਪ੍ਰਧਾਨ ਨੇ ਨਗਰ ਕੌਂਸਲ ਦੇ, ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 10 ਜੋ ਕਿ ਜਨਰਲ ਹੈ, ਇੱਥੋਂ ਵਿਕਰਮਜੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 11 SC ਹੈ, ਇਹ ਵੂਮੈਨ SC ਵੂਮੈਨ ਲਈ ਰਿਜ਼ਰਵ ਹੈ, ਇਸ ਦੇ ਵਿੱਚੋਂ ਬਲਵੀਰ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ। ਵਾਰਡ ਨੰਬਰ 12 ਵੀ SC ਵੂਮੈਨ ਰਿਜ਼ਰਵ ਹੈ, ਇਸ ਦੇ ਵਿੱਚੋਂ ਰੀਤਾ ਨੇ ਜਿੱਤ ਪ੍ਰਾਪਤ ਕੀਤੀ। ਤੇ ਵਾਰਡ ਨੰਬਰ 13 ਜੋ ਕਿ ਜਨਰਲ ਹੈ, ਇੱਥੋਂ ਗੁਰਿੰਦਰ ਸਿੰਘ ਵਾਲੀਆ ਨੇ ਜਿੱਤ ਪ੍ਰਾਪਤ ਕੀਤੀ ਹੈ। ਸੋ 6 ਜਿਹੜੀਆਂ ਵੂਮੈਨਸ ਜਿੱਤ ਕੇ ਔਰਤਾਂ ਜਿੱਤ ਕੇ ਅੱਗੇ ਆਈਆਂ ਨੇ, ਤੇ 7 ਜਿਹੜੇ ਵਾਰਡਾਂ ਦੇ ਵਿੱਚੋਂ ਮੈਨਸ ਨੇ ਜਿੱਤ ਪ੍ਰਾਪਤ ਕੀਤੀ ਹੈ, ਭਾਵ ਪੁਰਸ਼ਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਫਿਰ ਸਭ ਤੋਂ ਪਹਿਲਾਂ ਇਹ ਆਉਂਦਾ ਵੀ ਹੁਣ ਸ਼ਾਇਦ ਲੇਡੀਜ਼ ਰਿਜ਼ਰਵ ਹੋ ਜਾਵੇ ਇਹ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦੀ ਸੀਟ। ਅਗਰ ਅਨੰਦਪੁਰ ਸਾਹਿਬ ਦੀ ਪ੍ਰਧਾਨਗੀ ਦੀ ਸੀਟ ਵੂਮੈਨ ਰਿਜ਼ਰਵ ਹੋ ਜਾਂਦੀ ਹੈ ਤਾਂ ਉੱਥੋਂ ਕੌਣ ਜਿੱਤ ਪ੍ਰਾਪਤ ਕਰੇਗਾ? ਇੱਥੋਂ 4 ਜਨਰਲ ਕੈਟਾਗਰੀ ਦੀਆਂ ਵੂਮੈਨਸ ਜਿੱਤੀਆਂ ਨੇ, ਜਸਵੀਰ ਕੌਰ ਵਾਰਡ ਨੰਬਰ 1 ਤੋਂ, ਇੱਕ ਮਨਪ੍ਰੀਤ ਕੌਰ, ਪ੍ਰਵੀਨ ਕੌਸ਼ਲ ਤੇ ਗੁਰਪ੍ਰੀਤ ਕੌਰ। ਇਹ 4 ਜਨਰਲ ਕੈਟਾਗਰੀਜ਼ ਦੀਆਂ ਲੇਡੀਜ਼ ਨੇ ਜਿੱਤ ਪ੍ਰਾਪਤ ਕੀਤੀ ਸੀ, ਜਦਕਿ 2 ਬਲਵੀਰ ਕੌਰ ਤੇ ਰੀਤਾ ਜਿਹੜੀ ਹੈ ਉਹ SC ਰਿਜ਼ਰਵ SC ਵੂਮੈਨ ਜਿਹੜੀ ਸੀਗੀਆਂ, ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ। ਭਾਵ ਇਹ 6 ਵਿਮੈਨਸ ਅੱਗੇ ਆਈਆਂ ਨੇ। ਇਹਨਾਂ ਚੋਂ ਇੱਕ ਨੂੰ ਕੱਢ ਦਈਏ, ਅਗਰ ਆਪਾਂ ਪ੍ਰਵੀਨ ਕੌਸ਼ਲ ਨੂੰ ਇਹਨਾਂ ਵਿੱਚੋਂ ਬਾਹਰ ਕੱਢ ਦਿੰਦੇ ਆ, ਕਿਉਂਕਿ ਪ੍ਰਵੀਨ ਕੌਸ਼ਲ ਜਿਹੜੀ ਹੈ ਉਹ ਇਕੱਲੀ ਰਹਿ ਗਈ ਹੈ ਹੁਣ, ਜਿਹੜੀ ਭਾਜਪਾ ਨਾਲ ਸਮਰਥਿਤ ਜਿੱਤੀ ਹੈ, ਜਦ ਕਿ 12 ਦੇ 12 ਬਾਕੀ ਦੇ ਕੈਂਡੀਡੇਟ ਜਿਹੜੇ ਆ ਉਹ ਇੱਕ ਹੋ ਚੁੱਕੇ ਨੇ, ਬਾਕੀ ਦੇ MC ਜਿਹੜੇ ਨੇ ਉਹ ਇੱਕ ਹੋ ਚੁੱਕੇ ਨੇ। ਉਹਨਾਂ ਨੇ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ ਵੀ ਅਗਰ ਉਹਨਾਂ ਨੇ ਸਾਰੇ ਅਧਿਕਾਰ ਜਿਹੜੇ ਆ ਰਾਣਾ KP ਸਿੰਘ ਜੀ ਨੂੰ ਦੇ ਦਿੱਤੇ ਨੇ ਵੀ ਰਾਣਾ KP ਸਿੰਘ ਜਿਸ ਨੂੰ ਵੀ ਥਾਪੜਾ ਦੇਣਗੇ, ਜਿਸ ਦਾ ਵੀ ਨਾਂ ਅੱਗੇ ਕਰਨਗੇ, ਉਹ ਨਗਰ ਕੌਂਸਲ ਦੀ ਪ੍ਰਧਾਨ ਹੋਏਗੀ। ਥਾਪੜਾ ਰਾਣਾ ਜੀ ਦਾ ਹੀ ਮਿਲਣਾ ਹੈ, ਲੇਕਿਨ ਮਿਲਣਾ ਤਾਂ ਅਸੂਲਾਂ ਦੇ ਮੁਤਾਬਕ ਹੈ ਨਾ। ਤਾਂ ਅਸੂਲਾਂ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਵੀ ਇਹਨਾਂ ਦੇ ਵਿੱਚੋਂ ਕੌਣ ਜਿੱਤ ਪ੍ਰਾਪਤ ਕਰ ਸਕਦਾ ਹੈ, ਤਾਂ ਸਭ ਤੋਂ ਪਹਿਲਾਂ ਔਰਤਾਂ ਦੇ ਵਿੱਚੋਂ ਜੇ ਜਸਵੀਰ ਕੌਰ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਹੀ ਜਿੱਤੀ ਹੈ ਲਗਭਗ। ਇਸ ਦੇ ਵਿੱਚ ਮਨਪ੍ਰੀਤ ਕੌਰ ਜੋ ਵਾਰਡ ਨੰਬਰ 3 ਤੋਂ ਨੇ, ਇੰਦਰਜੀਤ ਸਿੰਘ ਅਰੋੜਾ ਵਪਾਰ ਮੰਡਲ ਦੇ ਪ੍ਰਧਾਨ, ਉਹਨਾਂ ਦੇ ਧਰਮ ਪਤਨੀ ਨੇ, ਤੀਸਰੀ ਵਾਰ ਉਹ ਜਿੱਤ ਕੇ MC ਬਣੇ ਨੇ। ਬੜਾ ਵੱਡਾ ਐਕਸਪੀਰੀਅੰਸ ਹੈ ਉਹਨਾਂ ਦੇ ਕੋਲ ਬੜੀ। ਔਰ ਇੱਕ ਗੱਲ ਹੋਰ ਵੀ, ਅਨੰਦਪੁਰ ਸਾਹਿਬ 'ਚ ਜਿੰਨੇ ਵੀ ਇਹ MC ਬਣੇ ਨੇ ਉਹ ਜਿੰਨੇ ਫਰਕ ਨਾਲ ਵੀ ਜਿੱਤੇ ਨੇ, ਸਭ ਤੋਂ ਵੱਡੇ ਫਰਕ ਦੇ ਨਾਲ ਮਨਪ੍ਰੀਤ ਕੌਰ ਨੇ ਆਪਣੇ ਕੈਂਡੀਡੇਟ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਭਾਵ ਉਹ ਲੋਕਪ੍ਰਿਯ ਵੀ ਨੇ, ਉਹਨਾਂ ਨੂੰ ਲੋਕ ਪਸੰਦ ਵੀ ਕਰਦੇ ਨੇ। ਔਰ ਸਭ ਤੋਂ ਵੱਡੀ ਗੱਲ ਹੈ ਵੀ ਇੰਦਰਜੀਤ ਸਿੰਘ ਅਰੋੜਾ ਲੋਕਾਂ ਦੇ ਕੰਮ ਆਉਣ ਵਾਲੇ ਵਿਅਕਤੀ ਨੇ, ਉਹਨਾਂ ਕੋਲ ਲੋਕ ਕੰਮ ਕਰਾਉਣ ਚਾਹੁੰਦੇ ਨੇ ਤਾਂ ਹਮੇਸ਼ਾ ਉਹ ਅੱਗੇ ਹੋ ਕੇ ਹਰੇਕ ਦਾ ਕੰਮ ਕਰਦੇ ਨੇ। ਤੀਸਰੇ ਨਿਕਾਲ ਦਈਏ ਪ੍ਰਵੀਨ ਕੌਸ਼ਲ, ਇਹ ਕਿਉਂਕਿ ਦੂਸਰੀ ਪਾਰਟੀ ਨਾਲ ਸੰਬੰਧਿਤ ਨੇ, ਇਹ ਇਸ ਪਾਰਟੀ ਦੇ ਨਾਲ ਹੈ ਹੀ ਨਹੀਂ ਹੈ, ਇਸ ਲਈ ਅਸੀਂ ਇਹਨਾਂ ਨੂੰ ਹਟਾ ਰਹੇ ਹਾਂ, ਇਹ ਵਿੱਚ ਨਹੀਂ ਸ਼ਾਮਲ ਹੈਗੇ। ਚੌਥੇ ਨੇ ਗੁਰਪ੍ਰੀਤ ਕੌਰ। ਗੁਰਪ੍ਰੀਤ ਕੌਰ ਜਾਣਦੇ, ਗੁਰਪ੍ਰੀਤ ਕੌਰ ਅਰੋੜਾ, ਇਹ ਵੀ ਜੋ ਰਾਜੂ ਕਬਾੜੀਆ ਦੇ ਨਾਲ ਮਸ਼ਹੂਰ ਹੈ, ਇੰਦਰਜੀਤ ਸਿੰਘ, ਉਹਨਾਂ ਦੀ ਵਾਈਫ ਹੈ ਤੇ ਪਹਿਲੀ ਵਾਰ ਵੋਟਾਂ ਜਿੱਤ ਪ੍ਰਾਪਤ ਕੀਤੀ ਹੈ, ਜਿੱਤ ਵੀ ਵੱਡੀ ਪ੍ਰਾਪਤ ਕੀਤੀ ਹੈ। ਸੋਨੀਕਾ ਨੂੰ ਹਰਾ ਕੇ, ਸੋਨੀਕਾ ਮਹਿਤਾ ਪਿਛਲੇ ਜਿਹੜੇ ਸੀਗੇ MC ਸੀਗੇ, ਉਹਨਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਸੋ ਇਹ ਮਤਲਬ ਇਸ ਵਾਰਡ ਤੋਂ MC ਬਣੇ ਨੇ, ਜਦਕਿ ਬਲਵੀਰ ਕੌਰ ਤੇ ਰੀਤਾ ਇਹ SC ਨੇ ਵੂਮੈਨਸ ਦੇ ਵਿੱਚ। ਸੋ ਇਹ ਬਾਕੀ ਦੀਆਂ ਜਿਹੜੀਆਂ 6 ਦੇ ਵਿੱਚੋਂ 5 ਔਰਤਾਂ ਨੇ। ਤਾਂ ਮੇਰੇ ਹਿਸਾਬ ਦੇ ਨਾਲ ਜੋ ਇਹ ਸਾਰਾ ਐਨਾਲਿਸਿਸ ਬਣਦਾ ਹੈ, ਬਲਵੀਰ ਕੌਰ ਵੀ ਪਹਿਲੀ ਵਾਰ ਜਿੱਤੀ ਹੈ, ਰੀਤਾ ਜੋ ਕਿ ਸੁੱਖੂ ਰੇਹੜੀ ਵਾਲੇ ਦੇ ਨਾਲ ਸੁੱਖੂ ਜੋ ਕਿ ਰੇਹੜੀ ਯੂਨੀਅਨ ਦੇ ਪ੍ਰਧਾਨ ਸੀ, ਉਹਨਾਂ ਦੀ ਵਾਈਫ ਹੈ ਔਰ ਪਹਿਲੀ ਵਾਰ ਜਿੱਤ ਪ੍ਰਾਪਤ ਕੀਤੀ ਹੈ। ਹਰਜੀਤ ਸਿੰਘ ਜੀਤਾ ਦੇ ਗਰੁੱਪ ਨਾਲ ਸੰਬੰਧ ਰੱਖਦੇ ਨੇ, ਲੇਕਿਨ ਕਿਉਂਕਿ ਇੰਦਰਜੀਤ ਸਿੰਘ ਅਰੋੜਾ ਤੇ ਹਰਜੀਤ ਸਿੰਘ ਜੀਤਾ ਆਪਸ ਦੇ ਵਿੱਚ ਇਹ 2 ਸ਼ਰੀਰ ਕਿਹਾ ਜਾਂਦਾ, ਲੇਕਿਨ ਇੱਕ ਨੇ ਇਹ ਬਹੁਤ ਆਪਸ ਦੇ ਵਿੱਚ ਕਾਫੀ ਨਜ਼ਦੀਕ ਨੇ। ਤੇ ਮੇਰੇ ਹਿਸਾਬ ਦੇ ਨਾਲ ਅਗਰ ਵੂਮੈਨ ਰਿਜ਼ਰਵ ਹੋ ਜਾਂਦੀ ਹੈ ਤਾਂ ਸਭ ਤੋਂ ਪ੍ਰੈਫਰੈਂਸ ਜਿਹੜੀ ਦਿੱਤੀ ਜਾਏਗੀ ਉਹ ਮਨਪ੍ਰੀਤ ਕੌਰ ਅਰੋੜਾ ਨੂੰ ਦਿੱਤੀ ਜਾਏਗੀ। ਤੇ ਮਨਪ੍ਰੀਤ ਕੌਰ ਅਰੋੜਾ ਵੂਮੈਨਸ ਦੇ ਵਿੱਚ ਜਿਹੜੀ ਹੈ ਉਹ ਨਗਰ ਕੌਂਸਲ ਅਨੰਦਪੁਰ ਸਾਹਿਬ ਦੀ ਪ੍ਰਧਾਨ ਬਣ ਜਾਂਦੀ ਹੈ। ਅਗਰ ਅਨੰਦਪੁਰ ਸਾਹਿਬ ਦੀ ਨਗਰ ਕੌਂਸਲ ਵੂਮੈਨ ਰਿਜ਼ਰਵ ਹੁੰਦੀ ਹੈ, ਸਭ ਤੋਂ ਪਹਿਲੀ ਗੱਲ ਇਹ ਹੈ ਵੀ ਅਗਰ ਵੂਮੈਨ ਰਿਜ਼ਰਵ ਹੁੰਦੀ ਹੈ ਤਾਂ ਮਨਪ੍ਰੀਤ ਕੌਰ ਅਰੋੜਾ। ਔਰ ਅਗਰ ਇੱਥੇ ਇੱਕ ਹੋਰ ਆਉਂਦੀ ਹੈ ਵੀ ਅਗਰ SC ਵੂਮੈਨ ਰਿਜ਼ਰਵ ਹੋ ਜਾਂਦੀ ਹੈ, SC ਵੂਮੈਨ ਜਿਸ ਦੀ ਸੰਭਾਵਨਾ ਹੈ ਨਹੀਂ ਹੈ, ਬਹੁਤ ਘੱਟ ਹੈ, ਕਿਉਂਕਿ SC ਰਿਜ਼ਰਵ ਹੋ ਸਕਦੀ ਹੈ, SC ਵੂਮੈਨ ਰਿਜ਼ਰਵ ਰੋਟੇਸ਼ਨ 'ਚ ਮੇਰੇ ਖਿਆਲ 'ਚ ਨਹੀਂ ਹੁੰਦੀ। ਲੇਕਿਨ ਅਗਰ ਹੁੰਦੀ ਹੈ ਤਾਂ ਬਲਬੀਰ ਕੌਰ ਜੋ ਕਿ ਕਾਫੀ ਆਪਣਾ ਰੁਤਬਾ ਰੱਖਦੇ ਨੇ, ਕਾਫੀ ਕੁਛ ਹੈ, ਕਿਤੇ ਨਾ ਕਿਤੇ ਉਹਨਾਂ ਦੇ ਚਾਂਸ ਵੀ ਹੋ ਸਕਦੇ ਨੇ। ਲੇਕਿਨ ਅਜਿਹਾ ਨਹੀਂ ਹੈ। ਅਗਰ ਰਾਖਵਾਂ ਹੋਏਗੀ ਤਾਂ ਔਰਤਾਂ ਦੀ ਲਈ ਰਾਖਵਾਂ ਹੋਏਗੀ ਤੇ ਔਰਤਾਂ ਲਈ ਰਾਖਵਾਂ ਦੇ ਵਿੱਚੋਂ ਮਨਪ੍ਰੀਤ ਕੌਰ ਅਰੋੜਾ ਹੀ ਜਿਹੜੀ ਹੈ ਉਹ ਪ੍ਰਧਾਨ ਬਣ ਸਕਦੀ ਹੈ। ਹੁਣ ਗੱਲ ਕਰਦੇ ਹਾਂ ਵੀ ਜੇ SC ਰਿਜ਼ਰਵ ਹੋ ਜਾਂਦੀ ਹੈ
ਐਸਸੀ ਰਿਜ਼ਰਵ ਹੋ ਜਾਂਦੀ ਹੈ ਤਾਂ ਪਹਿਲੇ ਵੂਮੈਨਸ ਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਿਆ 2 ਐਸਸੀ ਵੂਮੈਨਸ ਨੇ, ਇਸ ਦੇ ਵਿੱਚ ਬਲਵੀਰ ਕੌਰ ਤੇ ਰੀਤਾ, ਤੇ 2 ਮੈਨਸ ਨੇ। 2 ਮੈਨਸ ਜਿਹੜੇ ਐਸਸੀ ਦੇ ਵਿੱਚ ਇਸ ਗਰੁੱਪ ਦੇ ਵਿੱਚ ਸ਼ਾਮਲ ਨੇ ਉਹ ਕਮਲਜੀਤ ਸਿੰਘ ਤੇ ਦਲਜੀਤ ਸਿੰਘ ਕੈਂਥ, ਇਹ 2 ਜਿਹੜੇ ਹੈ ਉਹ ਐਮਸੀ ਐਸਸੀ ਨੇ। ਲੇਕਿਨ ਇੱਥੇ ਇਹ ਵੀ ਕਲੀਅਰ ਕਰਨਾ ਕਿ ਕਮਲਜੀਤ ਸਿੰਘ ਹਰਜੀਤ ਸਿੰਘ ਜੀਤਾ ਗਰੁੱਪ ਦੇ ਨਹੀਂ ਹਨ। ਤੇ ਉਦੋਂ ਵੀ ਜਿਹੜਾ ਹਰਜੀਤ ਸਿੰਘ ਜੀਤਾ ਤੇ ਮਹਿੰਦਰ ਸਿੰਘ ਵਾਲੀਆ ਦੇ ਵਿਚਕਾਰ ਡਿਸਪਿਊਟ ਹੋਇਆ ਸੀ, ਉਸ ਦੇ ਵਿੱਚ ਕਮਲਜੀਤ ਸਿੰਘ ਨੇ ਮਹਿੰਦਰ ਸਿੰਘ ਵਾਲੀਆ ਦਾ ਸਾਥ ਦਿੱਤਾ ਸੀਗਾ। ਉਸਨੇ ਹਰਜੀਤ ਸਿੰਘ ਜੀਤਾ ਦਾ ਗਰੁੱਪ ਜਿਹੜਾ ਉਹ ਜੁਆਇਨ ਨਹੀਂ ਸੀ ਕੀਤਾ, ਉਹ ਅੰਤ ਤੱਕ ਮਹਿੰਦਰ ਸਿੰਘ ਵਾਲੀਆ ਨਾਲ ਰਹੇ ਸੀ। ਤਾਂ ਮੈਨੂੰ ਲੱਗਦਾ ਵੀ ਉਹ ਜਿਹੜੇ ਆ ਇਸ ਵਾਰ ਗੁਰਿੰਦਰ ਸਿੰਘ ਵਾਲੀਆ ਨਾਲ ਰਹਿਣਗੇ ਤੇ ਉਹ ਗੁਰਿੰਦਰ ਸਿੰਘ ਵਾਲੀਆ ਨਾਲ ਸੰਬੰਧ ਰੱਖਦੇ ਨੇ, ਲੇਕਿਨ ਉਹ ਐਸਸੀ ਨੇ, ਇਸ ਲਈ ਉਹ ਵੀ ਦਾਅਵੇਦਾਰ ਨੇ। ਜਦਕਿ ਦੂਸਰੇ ਦਲਜੀਤ ਸਿੰਘ ਕੈਂਥ ਦੇ ਉੱਤੇ ਹੱਕ ਜਤਾ ਰਿਹਾ ਸੀ ਭਾਰਤੀ ਜਨਤਾ ਪਾਰਟੀ। ਉਹਨਾਂ ਨੂੰ ਜਿਸ ਦਿਨ ਜਿੱਤ ਕੇ ਆਏ ਉਸ ਦਿਨ ਵੀ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਨੇ ਹਾਰ ਪਾ ਕੇ ਉਹਨਾਂ ਨੂੰ ਸਨਮਾਨ ਕੀਤਾ ਵੀ ਲਓ ਜੀ ਸਾਡੀ ਇੱਕ ਸੀਟ ਜਿਹੜੀ ਆ ਉਹ ਜਿੱਤੀ ਗਈ ਹੈ, ਅਸੀਂ ਇੱਥੋਂ ਜਿੱਤੀ ਹੈ। ਲੇਕਿਨ ਉਹਨਾਂ ਨੂੰ ਜਦੋਂ ਪਹਿਲੇ ਟਿਕਟ ਦਿੱਤੀ ਗਈ ਸੀ ਨਾ ਭਾਰਤੀ ਜਨਤਾ ਪਾਰਟੀ ਦੇ ਕਮਲ ਦੇ ਫੁੱਲ ਦੇ ਉੱਤੇ ਤੁਸੀਂ ਚੋਣ ਲੜਨਾ, ਤਾਂ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਉਹ ਟਿਕਟ ਵਾਪਸ ਕਰਤੀ ਸੀ ਵੀ ਮੈਂ ਆਜ਼ਾਦ ਲੜਾਂਗਾ, ਮੈਂ ਕਮਲ ਦੇ ਫੁੱਲ ਦੇ ਉੱਤੇ ਚੋਣ ਨਹੀਂ ਲੜਾਂਗਾ। ਉਹ ਆਜ਼ਾਦ ਜਿੱਤੇ ਸੀ ਤੇ ਹੁਣ ਉਹਨਾਂ ਨੇ ਕਾਂਗਰਸ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਔਰ ਕੁਝ ਲੋਕ ਤਾਂ ਇਹ ਵੀ ਕਹਿੰਦੇ ਵੀ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਏ ਨੇ। ਸੋ ਇਹ ਵੀ ਬੜੀ ਵੱਡੀ ਗੱਲ ਹੈ ਕਿ ਕਮਲਜੀਤ ਸਿੰਘ, ਅਗਰ ਇਸ ਤਰ੍ਹਾਂ ਦਾ ਕੁਝ ਹੁੰਦਾ ਤਾਂ ਕਮਲਜੀਤ ਸਿੰਘ ਦੇ ਨਾਲ ਦਲਜੀਤ ਸਿੰਘ ਕੈਂਥ ਵੀ ਦਾਅਵੇਦਾਰ ਨੇ। ਇਹ 4 ਦਾਅਵੇਦਾਰ ਨੇ ਇਸ ਵਕਤ। ਅਗਰ ਰਿਜ਼ਰਵ ਹੋ ਜਾਂਦੀ ਹੈ ਐਸਸੀ ਰਿਜ਼ਰਵ, ਇਹ ਜ਼ਰੂਰੀ ਨਹੀਂ ਵੀ ਐਸਸੀ ਰਿਜ਼ਰਵ ਹੁੰਦੀ ਤਾਂ ਵੂਮੈਨ ਬਣਾਉਣੀਆਂ ਨਹੀਂ ਹੈ, ਵੂਮੈਨ 'ਚੋਂ ਵੀ ਕੋਈ ਬਣ ਸਕਦਾ ਹੈ। ਉੱਥੇ ਵੀ ਇੱਕ ਵਾਰ ਫਿਰ ਅਗਰ ਵੂਮੈਨ ਅਗਰ ਐਸਸੀ ਰਿਜ਼ਰਵ ਹੋ ਜਾਂਦੀ ਤਾਂ ਵੂਮੈਨਸ ਦੇ ਵਿੱਚੋਂ ਜਿੱਥੇ ਬਲਬੀਰ ਕੌਰ ਦਾ ਹੱਥ ਉੱਤੇ ਰਹੇਗਾ, ਉੱਥੇ ਹੀ ਮੈਂ ਸਮਝਦਾ ਵੀ ਇਹਨਾਂ ਦੇ ਵਿੱਚੋਂ ਦਲਜੀਤ ਸਿੰਘ ਕੈਂਥ, ਕਿਉਂਕਿ ਉਹਨਾਂ ਨੇ ਸਮਰਥਨ ਦਿੱਤਾ ਹੈ, ਉਹ ਅੱਗੇ ਆਏ ਨੇ, ਕਿਤੇ ਨਾ ਕਿਤੇ ਉਹਨਾਂ ਨਾਲ ਸਮਝੌਤਾ ਹੋਇਆ ਹੋਏਗਾ, ਕਿਤੇ ਨਾ ਕਿਤੇ ਇਸ ਜਿਹੜਾ ਆਪਣਾ ਗਰੁੱਪ ਹੈਗਾ ਹਰਜੀਤ ਸਿੰਘ ਜੀਤਾ ਦਾ, ਉਹਨਾਂ ਨੇ ਕੋਈ ਗੱਲਬਾਤ ਕੀਤੀ ਹੋਏਗੀ, ਲਾਜ਼ਮੀ ਕਾਂਗਰਸ ਦੇ ਵਿੱਚ ਲਿਆਂਦਾ ਹੈ ਉਹਨਾਂ ਨੂੰ। ਤਾਂ ਉਸ ਦੇ ਹਿਸਾਬ, ਮੇਰੇ ਹਿਸਾਬ ਨਾਲ ਦਲਜੀਤ ਸਿੰਘ ਕੈਂਥ ਜਿਹੜੇ ਆ ਉਹ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਬਣ ਸਕਦੇ ਆ ਬਨਿਸਬਤ ਕਿ ਕਮਲਜੀਤ ਸਿੰਘ ਦੇ, ਕਿਉਂਕਿ ਕਮਲਜੀਤ ਸਿੰਘ ਇੱਥੇ ਗੁਰਿੰਦਰ ਸਿੰਘ ਵਾਲੀਆ ਤੇ ਵਾਲੀਆ ਗਰੁੱਪ ਦਾ ਹੋਣ ਕਰਕੇ ਕਿਤੇ ਨਾ ਕਿਤੇ ਨੁਕਸਾਨ ਦੇ ਵਿੱਚ ਰਹਿ ਸਕਦੇ ਨੇ। ਤੇ ਤੀਸਰਾ ਦੋਸਤੋ, ਜੇ ਹੋ ਜਾਂਦਾ ਹੈ ਜਨਰਲ, ਤਾਂ ਜਨਰਲ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਉਮੀਦ ਹੈ ਕਿ ਹਰਜੀਤ ਸਿੰਘ ਜੀਤਾ ਇੱਕ ਵਾਰ ਫਿਰ ਅਨੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਬਣ ਸਕਦੇ ਨੇ। ਬਿਲਕੁਲ ਸਹੀ, ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਅੱਜ ਹਰਜੀਤ ਸਿੰਘ ਜੀਤਾ ਭਾਰੀ ਵਿਰੋਧਤਾ ਦੇ ਬਾਵਜੂਦ ਬਹੁਤ ਵੱਡੀ ਮਾਰਜਨ ਦੇ ਨਾਲ ਜਿੱਤ ਕੇ ਆਏ ਨੇ। ਸਾਰਾ ਸ਼ਹਿਰ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਉਹਨਾਂ ਦੀ ਵਿਰੋਧਤਾ ਸੀ, ਜੋ ਪਿਛਲੇ ਉਹਨਾਂ ਨੇ ਕੰਮਕਾਰ ਕੀਤੇ ਆ ਉਹਨਾਂ ਮੁਤਾਬਕ, ਜਾਂ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਮੁਤਾਬਕ ਉਹਨਾਂ ਦੀ ਵਿਰੋਧਤਾ ਬਹੁਤ ਸੀ। ਲੇਕਿਨ ਉਹ ਆਪਣੇ ਵਾਰਡ ਦੇ ਵਿੱਚੋਂ, ਪਹਿਲਾਂ ਤਾਂ ਉਹਨਾਂ ਦੇ ਵਿਰੁੱਧ ਕੋਈ ਖੜਨ ਨੂੰ ਤਿਆਰ ਨਹੀਂ ਸੀ ਹੁੰਦਾ। ਜੇ ਇੱਕ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਖੜਾ ਵੀ ਹੋਇਆ ਤਾਂ ਉਹ ਕਾਫੀ ਪਿੱਛੇ ਰਹਿ ਗਿਆ। ਸੋ ਇਸ ਲਈ ਹਰਜੀਤ ਸਿੰਘ ਜੀਤਾ ਕਿਉਂਕਿ ਪ੍ਰਾਇੋਰਟੀ ਨੇ। ਲੇਕਿਨ ਮੈਂ ਇੱਥੇ ਦੱਸਦਾ ਵੀ ਇੱਥੇ ਜਨਰਲ ਵਾਰਡ ਦੇ ਜਨਰਲ ਜਿਹੜੇ ਹੈ ਉਹ ਹੁਣ ਹੈ ਕਿਹੜੇ-ਕਿਹੜੇ। ਇੱਕ ਜਸਵਿੰਦਰ ਸਿੰਘ ਰਤਨ ਹੈ ਜੋ ਕਿ ਡੱਬੂ ਵਕੀਲ ਜਿਹੜੇ ਨੇ ਪਹਿਲੇ ਐਮਸੀਸੀ ਜਿਨ੍ਹਾਂ ਦੀ ਵਾਈਫ ਉਹਨਾਂ ਦੇ ਭਰਾ ਨੇ, ਔਰ ਸਿਆਸਤ ਦੇ ਮੈਂ ਸਮਝਦਾ ਵੀ ਡੱਬੂ ਵਕੀਲ ਇੱਕ ਕਾਕ ਖਿਲਾੜੀ ਨੇ। ਤੇ ਦੂਸਰੇ ਨੇ ਹਰਜੀਤ ਸਿੰਘ ਜੀਤਾ, ਤੀਸਰੇ ਨੇ ਵਿਕਰਮਜੀਤ ਸਿੰਘ ਜੋ ਵਾਰਡ ਨੰਬਰ 10 ਤੋਂ ਜਿੱਤੇ ਨੇ। ਲੇਕਿਨ ਗੱਲ ਇਹ ਵੀ ਹੈ ਵੀ ਇਹ ਹਰਜੀਤ ਸਿੰਘ ਜੀਤਾ ਦੀ ਪਰਛਾਈ ਹੈ। ਵਿਕਰਮਜੀਤ ਸਿੰਘ ਨੂੰ ਪ੍ਰਧਾਨਗੀ ਦਾ ਉਮੀਦਵਾਰ ਨਹੀਂ ਗਿਣਿਆ ਜਾ ਸਕਦਾ ਕਿਉਂਕਿ ਉਹਨਾਂ ਨੂੰ ਤਾਂ ਖੜਾ ਹੀ ਹਰਜੀਤ ਸਿੰਘ ਜੀਤਾ ਨੇ ਕੀਤਾ ਸੀਗਾ। ਤੇ ਚੌਥੇ ਨੇ ਗੁਰਿੰਦਰ ਸਿੰਘ ਵਾਲੀਆ। ਇਹ 4 ਨੇ। 4ਾਂ ਦੇ ਵਿੱਚ ਮੁਕਾਬਲਾ ਜਿਹੜਾ ਹੈ ਹੋ ਸਕਦਾ ਹੈ ਕੌਣ ਬਣੇਗਾ, ਕਿਉਂਕਿ ਇਸ ਦੇ ਵਿੱਚੋਂ ਜਸਵਿੰਦਰ ਸਿੰਘ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਕੈਂਡੀਡੇਟ ਨੇ। ਅਗਰ ਅਨੰਦਪੁਰ ਸਾਹਿਬ ਨੂੰ ਸੱਚ ਵਿੱਚ ਕੋਈ ਵਧੀਆ ਬੰਦਾ ਮਿਲ ਸਕਦਾ ਹੈ ਜਿਸ ਦੇ ਉੱਤੇ ਕਦੀ ਕੋਈ ਰਾਜਨੀਤਿਕ ਲਾਂਛਨ ਨਹੀਂ ਲੱਗਿਆ, ਜਿਸ ਦੇ ਉੱਤੇ ਕਦੀ ਕੋਈ ਉਂਗਲੀ ਨਹੀਂ ਚੁੱਕੀ ਗਈ, ਜਿਸ ਦੇ ਉੱਤੇ ਕਦੀ ਕੋਈ ਇਲਜ਼ਾਮ ਨਹੀਂ ਲੱਗਿਆ, ਜਿਸ ਦੇ ਉੱਤੇ ਕੋਈ ਭ੍ਰਿਸ਼ਟਾਚਾਰ ਜਾਂ ਹੋਰ ਕਿਸੇ ਚੀਜ਼ ਦਾ ਦਾਗ ਨਹੀਂ ਹੈ, ਤੇ ਜਿਹੜਾ ਪੜ੍ਹਿਆ ਲਿਖਿਆ ਹੈ, ਲਾਅ ਕੀਤੀ ਹੈ, ਜਿਹੜਾ ਕਾਨੂੰਨ ਬਾਰੇ ਜਾਣਦਾ, ਤੇ ਜਿਸ ਤਰ੍ਹਾਂ ਦਾ ਸੱਚਮੁੱਚ ਇੱਕ ਪ੍ਰਧਾਨ ਨੂੰ ਹੋਣਾ ਚਾਹੀਦਾ ਹੈ, ਉਹ ਮੈਂ ਸਮਝਦਾ ਵੀ ਸਾਰੇ ਗੁਣ ਜਿਹੜੇ ਆ ਉਹ ਜਸਵਿੰਦਰ ਸਿੰਘ ਰਤਨ ਦੇ ਵਿੱਚ ਹੈਗੇ। ਤੇ ਜਸਵਿੰਦਰ ਸਿੰਘ ਰਤਨ ਇੱਕ ਸਹੀ ਉਮੀਦਵਾਰ ਦੇ ਤੌਰ ਤੇ, ਸਹੀ ਪ੍ਰਧਾਨਗੀ ਦੇ ਉਮੀਦਵਾਰ ਦੇ ਤੌਰ ਤੇ ਜੱਚਦੇ ਵੀ ਨੇ, ਵਧੀਆ ਵੀ ਨੇ। ਤੇ ਇਹ ਮਤਲਬ ਅਗਰ ਅਨੰਦਪੁਰ ਸਾਹਿਬ ਵਾਸੀਆਂ ਨੂੰ ਸੋਚਿਆ ਜਾਵੇ ਤਾਂ ਮੇਰੇ ਹਿਸਾਬ ਦੇ ਨਾਲ ਅਨੰਦਪੁਰ ਸਾਹਿਬ ਵਾਸੀ ਵੀ ਇਹ ਕਹਿਣਗੇ ਵੀ ਜਸਵਿੰਦਰ ਸਿੰਘ ਰਤਨ ਨੂੰ ਬਣਾ ਦਿੱਤਾ ਜਾਵੇ ਪ੍ਰਧਾਨ। ਲੇਕਿਨ ਇਹ ਸਿਆਸਤ ਹੈ ਦੋਸਤੋ। ਸਿਆਸਤ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਦਾ ਲੜ ਫੜਨਾ ਕਦੀ ਨਾ ਕਦੀ ਮਹਿੰਗਾ ਪੈ ਸਕਦਾ, ਕਿਸੇ ਨਾਲ ਰਿਸ਼ਤੇਦਾਰੀ ਕਦੀ ਨਾ ਕਦੀ ਮਹਿੰਗੀ ਪੈ ਸਕਦੀ ਹੈ। ਤੇ ਅਸੀਂ ਜਾਣਦੇ ਹਾਂ ਕਿ ਜਸਵਿੰਦਰ ਸਿੰਘ ਰਤਨ ਡਾਕਟਰ ਰਮੇਸ਼ ਦੱਤ ਸ਼ਰਮਾ ਜੋ ਸਾਡੇ ਹਲਕੇ ਦੇ ਬੜੀ ਵਾਰ ਵਿਧਾਇਕ ਰਹਿ ਚੁੱਕੇ ਨੇ, ਉਹਨਾਂ ਦੇ ਰਿਸ਼ਤੇਦਾਰ ਨੇ। ਤੇ ਡਾਕਟਰ ਰਮੇਸ਼ ਦੱਤ ਸ਼ਰਮਾ ਤੇ ਰਾਣਾ ਕੇਪੀ ਦਾ 36 ਦਾ ਅੰਕੜਾ ਹੈ।
ਇੱਕ ਦੂਸਰੇ ਨੂੰ ਪਸੰਦ ਨਹੀਂ ਕਰਦੇ, ਬਲਕਿ ਇੱਕ ਦੂਸਰੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਸਨ। ਜਦੋਂ ਵੀ ਉਹ ਰੋਪੜ ਤੋਂ ਖੜਦੇ ਸਨ ਤੇ ਰਾਣਾ ਜੀ ਇਸ ਨੰਗਲ ਹਲਕੇ ਤੋਂ ਖੜਦੇ ਸਨ ਤਾਂ ਇੱਕ ਦੂਸਰੇ ਨੂੰ ਹਰਾਉਣ ਦੀ ਕੋਸ਼ਿਸ਼ ਕਰਦੇ ਸਨ। ਇਸ ਲਈ ਮੇਰੇ ਹਿਸਾਬ ਦੇ ਨਾਲ ਰਾਣਾ ਕੇਪੀ ਕਦੇ ਵੀ ਨਹੀਂ ਚਾਹਣਗੇ ਕਿ ਜਸਵਿੰਦਰ ਸਿੰਘ ਰਤਨ ਅਨੰਦਪੁਰ ਸਾਹਿਬ ਕੌਂਸਲ ਦੇ ਪ੍ਰਧਾਨ ਬਣਨ। ਫਿਰ ਇੱਕ ਵਿੱਚੋਂ ਵੈਸੇ ਅਸੀਂ ਕੈਂਡੀਡੇਟ ਨੂੰ ਕੱਢ ਦਿੰਦੇ ਹਾਂ, ਵਿਕਰਮਜੀਤ ਸਿੰਘ ਨੂੰ, ਕਿਉਂਕਿ ਵਿਕਰਮਜੀਤ ਸਿੰਘ ਉਹ ਮੈਂ ਪਹਿਲਾਂ ਦੱਸਿਆ ਪਰਛਾਈ ਹੈ ਹਰਜੀਤ ਸਿੰਘ ਜੀਤਾ ਦੀ। ਹਰਜੀਤ ਸਿੰਘ ਜੀਤਾ ਦੇ ਕਹਿਣ ਤੇ ਹਰਜੀਤ ਸਿੰਘ ਜੀਤਾ ਨੇ ਆਪਣੇ ਖਰਚ ਦੇ ਨਾਲ ਆਪਣਾ ਸਾਰਾ ਕੁਝ ਕਰਾ ਕੇ ਉਹਨਾਂ ਨੂੰ 10 ਨੰਬਰ ਵਾਰਡ ਦੇ ਵਿੱਚ ਖੜਾ ਕੀਤਾ ਸੀ, ਨਰਿੰਦਰ ਨਿੰਦਾ ਨੂੰ। ਉਹਨਾਂ ਨੂੰ ਹਰਾਉਣ ਦੇ ਲਈ ਬਹੁਤ ਕੁਝ ਕੀਤਾ, 4 ਕੈਂਡੀਡੇਟ ਹੋਰ ਖੜੇ ਕੀਤੇ ਗਏ ਵੀ ਨਰਿੰਦਰ ਦੀਆਂ ਵੋਟਾਂ ਨੂੰ ਤੋੜ ਕੇ ਜਿਹੜੇ ਹੈ ਉਹ ਤਾਂ ਕਿ ਮੁਕਾਬਲਾ ਜਿਹੜਾ ਇਹ ਨਾ ਕਰ ਸਕਣ। ਨਿੰਦਾ ਇੱਕ ਆਤਮਾ ਸਿੰਘ ਰਾਣਾ ਨੂੰ ਆਤਮਾ ਸਿੰਘ ਸੈਣੀ ਨੂੰ ਖੜਾ ਕੀਤਾ ਗਿਆ ਕਿਉਂਕਿ ਨਿੰਦਾ ਸੈਣੀ ਸੀਗਾ। ਦੂਸਰੇ ਪਾਸੇ ਇੱਕ ਪੁਰਾਣੇ ਜਿਹੜੇ ਸੀਗੇ ਚੰਨ MC ਉਹਨਾਂ ਨੂੰ ਖੜਾ ਕੀਤਾ ਗਿਆ ਵੀ ਨਵੀਂ ਬਾਦੀ ਦੀ ਵੋਟ ਉਹ ਤੋੜਦੇ। ਭਾਵੇਂ ਸੀਗਾ ਬਾਏ ਹੁੱਕ ਐਂਡ ਕਰੁੱਕ ਹਰਜੀਤ ਸਿੰਘ ਜੀਤਾ ਦਾ ਮਕਸਦ ਸੀ ਵਿਕਰਮ ਨੂੰ ਜਿਤਾਉਣਾ ਤੇ ਨਾਲ ਦੀ ਨਾਲ ਨਰਿੰਦਰ ਨਿੰਦਾ ਨੂੰ ਹਰਾਉਣਾ, ਔਰ ਆਪਣੇ ਮਕਸਦ 'ਚ ਕਾਮਯਾਬ ਰਹੇ ਇਸ ਲਈ। ਲੇਕਿਨ ਉਹ ਕਿਸੇ ਵੀ ਹਾਲਤ ਦੇ ਵਿੱਚ ਪ੍ਰਧਾਨਗੀ ਦੇ ਉਮੀਦਵਾਰ ਨਹੀਂ ਨੇ। ਤੇ ਫਿਰ ਮੁਕਾਬਲਾ ਕਿਹਦੇ 'ਚ ਰਹਿ ਗਿਆ? ਗੁਰਿੰਦਰ ਸਿੰਘ ਵਾਲੀਆ ਤੇ ਹਰਜੀਤ ਸਿੰਘ ਜੀਤਾ ਦੇ ਵਿੱਚ। ਬਿਲਕੁਲ ਗੁਰਿੰਦਰ ਸਿੰਘ ਵਾਲੀਆ ਦਾ ਪਰਿਵਾਰ, ਅਮਰਜੀਤ ਸਿੰਘ ਵਾਲੀਆ ਸਭ ਤੋਂ ਵੱਡੇ ਭਰਾ, ਸਿਆਸਤ ਦੇ ਘਾਂਗ ਨੇ। ਅਸੀਂ ਜਾਣਦੇ ਹਾਂ ਕਿ ਜਦੋਂ ਆਮ ਇਹ ਜਿਹਨੂੰ ਬੰਟੀ ਵਾਲੀਆ ਕਿਹਾ ਜਾਂਦਾ, ਛੋਟੇ ਛੋਟੇ ਸੀਗੇ 1992 ਦੇ ਵਿੱਚ ਅਮਰਜੀਤ ਸਿੰਘ ਵਾਲੀਆ ਅਕਾਲੀ ਦਲ ਦੀ ਟਿਕਟ ਮਿਲੀ ਸੀ ਇਹਨਾਂ ਨੂੰ ਨੰਗਲ ਤੋਂ, ਲੇਕਿਨ ਉਹ ਅਕਾਲੀ ਦਲ ਨੇ ਫਿਰ ਬਾਅਦ ਦੇ ਵਿੱਚ ਉਹ ਫੈਸਲਾ ਲੈ ਲਿਆ ਵੀ ਅਸੀਂ ਇਲੈਕਸ਼ਨ ਹੀ ਨਹੀਂ ਲੜਨਾ, ਮਤਲਬ ਉਹ ਪੋਸਟਪੋਨ ਹੋ ਗਏ ਇਲੈਕਸ਼ਨ। ਦੂਸਰੀ ਵਾਰ ਅਕਾਲੀ ਦਲ ਲੜਿਆ ਹੀ ਨਹੀਂ ਸੀਗਾ ਤੇ ਬੇਅੰਤ ਸਿੰਘ ਸਰਕਾਰ ਬਣ ਗਈ ਸੀਗੀ। ਤੇ ਉਹ ਉਸ ਤੋਂ ਵੀ ਪਹਿਲਾਂ ਚੰਦੂ ਮਾਜਰਾ ਦੇ ਸੱਜੇ ਹੱਥ ਰਹੇ ਹੈ। ਚੰਦੂ ਮਾਜਰਾ ਦੇ ਨਾਲ ਬਹੁਤ ਪਿਆਰ ਰਿਹਾ ਉਹਨਾਂ ਦਾ ਤੇ ਚੰਦੂ ਮਾਜਰਾ ਦੇ ਨਾਲ ਹੋਣ ਕਰਕੇ ਉਹ ਇੱਕ ਤਰ੍ਹਾਂ ਕਿਹਾ ਜਾਂਦਾ ਸੀ ਵੀ ਚੰਦੂ ਮਾਜਰਾ ਅਮਰਜੀਤ ਸਿੰਘ ਵਾਲੀਆ ਤੇ ਅਮਰਜੀਤ ਸਿੰਘ ਵਾਲੀਆ ਚੰਦੂ ਮਾਜਰਾ, ਇੰਨਾ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਸੀਗਾ। ਅਕਾਲੀ ਦਲ ਦੇ ਬਹੁਤ ਉੱਘੇ ਲੀਡਰ ਰਹੇ ਹੈ ਤੇ ਉਹਨਾਂ ਦੀ ਸਿਆਸਤ ਚੱਲਦੀ ਰਹੀ। ਉਸੇ ਤਰ੍ਹਾਂ ਸਿਆਸਤ ਦੇ ਵਿੱਚ ਪਿਛਲੀ ਵਾਰ ਮਹਿੰਦਰ ਸਿੰਘ ਵਾਲੀਆ ਨੂੰ ਉਹਨਾਂ ਨੇ ਪ੍ਰਧਾਨ ਬਣਾ ਲਿਆ ਸੀਗਾ, ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਕੋਲ ਸਿਰਫ 3 ਜਿਹੜੀਆਂ ਸੀਟਾਂ ਜਿੱਤੀਆਂ ਗਈਆਂ ਸੀ 13 ਦੇ ਵਿੱਚ। ਇਸ ਦੇ ਬਾਵਜੂਦ ਆਪਣੇ ਭਰਾ ਮਹਿੰਦਰ ਸਿੰਘ ਵਾਲੀਆ ਨੂੰ ਪ੍ਰਧਾਨ ਬਣਾ ਦਿੱਤਾ ਸੀ ਉਹਨਾਂ ਨੇ। ਇਸੇ ਤਰ੍ਹਾਂ ਇਸ ਵਾਰ ਗੁਰਿੰਦਰ ਸਿੰਘ ਵਾਲੀਆ, ਜਿਸ ਨੂੰ ਕਿਹਾ ਜਾਂਦਾ ਸੀ ਵੀ ਇਹ ਸ਼ਾਇਦ MC ਬਣ ਹੀ ਨਾ ਸਕੇ, ਔਰ ਵਾਕਈ ਵਾਰਡ ਦੇ ਵਿੱਚ ਕਿਸੇ ਨੇ ਨਹੀਂ ਸੀ ਕਿਹਾ ਕਿ ਬੰਟੀ ਵਾਲੀਆ ਜਿੱਤ ਸਕਦਾ ਹੈ। ਅਸੀਂ ਵੀ ਸਰਵੇ ਕੀਤਾ ਤਾਂ ਸਾਨੂੰ ਵੀ ਬਹੁਤ ਘੱਟ ਲੋਕਾਂ ਨੇ ਕਿਹਾ ਵੀ ਵਾਲੀਆ ਜਿੱਤ ਸਕਦਾ ਹੈ। ਅਦਰਵਾਈਜ਼ ਇਸ ਵਾਰ ਇਹਨੂੰ ਕੋਈ ਜੇਤੂ ਉਮੀਦਵਾਰ ਵੀ ਨਹੀਂ ਸੀ ਸਮਝਿਆ ਜਾਂਦਾ, ਲੇਕਿਨ ਇਸ ਦੇ ਬਾਵਜੂਦ ਉਹ 50 ਤੋਂ ਵੱਧ ਵੋਟਾਂ ਨਾਲ ਜਿੱਤਿਆ ਹੈ। ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਰਾਜਨੀਤਿਕ ਤੌਰ ਦੇ ਉੱਤੇ ਇੱਕ ਉਹ ਵੱਡੀ ਪਰਖ ਰੱਖਦੇ ਨੇ, ਵੱਡੀ ਪਹਿਚਾਣ ਰੱਖਦੇ ਨੇ, ਇਸ ਲਈ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ। ਲੇਕਿਨ ਇੱਥੇ ਮੈਂ ਸਮਝਦਾ ਵੀ ਰਾਣਾ ਕੇਪੀ ਦਾ ਹੱਥ ਜ਼ਿਆਦਾ ਕੰਮ ਕਰੇਗਾ। ਗੁਰਿੰਦਰ ਸਿੰਘ ਵਾਲੀਆ ਬੇਸ਼ੱਕ ਉਮੀਦਵਾਰ ਸਮਝੇ ਜਾਂਦੇ ਨੇ, ਲੇਕਿਨ ਉਹਨਾਂ ਦੇ ਇਸੇ ਜ਼ਿਆਦਾ ਸਿਆਸੀ ਹੋਣਾ ਵੀ ਖਤਰਨਾਕ ਹੋ ਰਿਹਾ, ਕਿਉਂਕਿ ਅਮਰਜੀਤ ਸਿੰਘ ਵਾਲੀਆ ਤੇ ਇਸ ਪਰਿਵਾਰ ਤੇ ਇੱਕ ਦਾਗ ਤਾਂ ਹੈਗਾ ਹੈ ਵੀ ਕਦੀ ਇਹ ਇੱਕ ਦੇ ਬਣ ਕੇ ਨਹੀਂ ਰਹੇ। ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਨੂੰ ਟਿਕਟ ਤੱਕ ਦਿੱਤੀ ਸੀ ਅਮਰਜੀਤ ਸਿੰਘ ਵਾਲੀਆ ਨੂੰ, ਲੇਕਿਨ ਇਹਨਾਂ ਨੇ ਬੇਅੰਤ ਸਿੰਘ ਸਰਕਾਰ ਬਣਨ ਵੇਲੇ ਕਾਂਗਰਸ ਜੁਆਇਨ ਕਰ ਲਈ ਤੇ ਉਸ ਦੇ ਵਿੱਚ ਚਲੇ ਗਏ। ਫਿਰ ਭਾਰਤੀ ਜਨਤਾ ਪਾਰਟੀ ਦਾ ਹੱਥ ਉੱਪਰ ਆਂਦਾ ਦੇਖ ਕੇ ਭਾਰਤੀ ਜਨਤਾ ਪਾਰਟੀ 'ਚ ਅਮਰਜੀਤ ਸਿੰਘ ਵਾਲੀਆ ਜਿਸ ਪਾਰਟੀ 'ਚ ਸ਼ਾਮਲ ਹੁੰਦੇ ਸੀ, ਪੂਰਾ ਪਰਿਵਾਰ ਆਟੋਮੈਟਿਕਲੀ ਉਸ ਪਾਰਟੀ ਦੇ ਵਿੱਚ ਆ ਜਾਂਦਾ ਸੀਗਾ, ਉਹਦੀ ਮਦਦ ਕਰਦਾ ਸੀ। ਇਸੇ ਤਰ੍ਹਾਂ ਹੀ ਫਿਰ ਉਹ ਦੁਬਾਰਾ ਕਾਂਗਰਸ 'ਚ ਆ ਗਏ। ਕਾਂਗਰਸ ਤੋਂ ਬਾਅਦ ਫਿਰ ਉਹ ਅਕਾਲੀ ਦਲ ਦੇ ਵਿੱਚ ਆ ਗਏ। ਭਾਵ ਮਤਲਬ ਉਹਨਾਂ ਨੂੰ ਅੱਜ ਤੱਕ ਸ਼ਹਿਰ ਵਾਸੀਆਂ ਨੂੰ ਜਾਂ ਦੂਸਰਿਆਂ ਨੂੰ ਇਹੀ ਨਹੀਂ ਪਤਾ ਲੱਗਿਆ ਵੀ ਅੱਜ ਉਹ ਕਿਹੜੀ ਪਾਰਟੀ ਦੇ ਵਿੱਚ ਨੇ। ਦਲਜੀਤ ਸਿੰਘ ਚੀਮਾ ਦੇ ਸੱਜੀ ਬਾਂਹ ਸਮਝਣ ਵਾਲਾ ਅਮਰਜੀਤ ਸਿੰਘ ਵਾਲੀਆ ਪਿਛਲੇ ਇਲੈਕਸ਼ਨ ਜਿਹੜੇ ਵਿਧਾਨ ਸਭਾ ਦੇ ਹੋਏ ਉਸ ਦੇ ਵਿੱਚ ਦਲਜੀਤ ਸਿੰਘ ਚੀਮਾ ਦੇ ਵਿਰੁੱਧ ਸਟੇਜਾਂ ਕਰਦੇ ਰਹੇ ਨੇ। ਅਕਾਲੀ ਦਲ ਤੋਂ ਵੀ ਖਹਿੜਾ ਨਹੀਂ ਰਿਹਾ। ਚੰਦੂ ਮਾਜਰਾ ਨਾਲ ਪਿਆਰ ਹੋਣ ਕਰਕੇ ਚੰਦੂ ਮਾਜਰੇ ਦੀ ਮਦਦ ਕਰਦੇ ਨੇ, ਇਸ ਦੇ ਵਿੱਚ ਕੋਈ ਸ਼ੱਕ ਨਹੀਂ, ਲੇਕਿਨ ਬਾਕੀ ਅਕਾਲੀ ਦਲ ਨਾਲ ਨਹੀਂ। ਕਾਂਗਰਸ ਦੇ ਵੇਲੇ ਵੀ ਅਗਰ ਕਾਂਗਰਸ ਦਾ ਸਮਰਥਨ ਕਰਦੇ ਹੁੰਦੇ, ਕਾਂਗਰਸ ਦੀ ਮਦਦ ਕਰਦੇ ਹੁੰਦੇ, ਕਾਂਗਰਸ ਉਹਨਾਂ ਨੂੰ ਪਸੰਦ ਕਰਦੀ ਹੁੰਦੀ ਤਾਂ ਮਹਿੰਦਰ ਸਿੰਘ ਵਾਲੀਆ ਪ੍ਰਧਾਨਗੀ ਪਦ ਤੋਂ ਨਹੀਂ ਸੀ ਹਟ ਸਕਦੇ। ਜਦੋਂ ਕਾਂਗਰਸ ਸਰਕਾਰ ਬਣੀ 2017 ਦੇ ਵਿੱਚ, ਅਗਰ ਇਸ ਪਰਿਵਾਰ ਨੂੰ ਕਾਂਗਰਸ ਪਰਿਵਾਰ ਦਾ ਸਮਝ ਲਿਆ ਜਾਂਦਾ ਤਾਂ ਮਹਿੰਦਰ ਸਿੰਘ ਵਾਲੀਆ ਹੀ ਪ੍ਰਧਾਨ ਰਹਿੰਦੇ, ਕਿਉਂਕਿ ਉਹਨਾਂ ਦਾ ਕਾਂਗਰਸੀ ਜਿਹੜਾ ਸੀਗਾ ਉਹ ਪਿਛੋਕੜ ਨਹੀਂ ਸੀਗਾ, ਕਿਸੇ ਹੋਰ ਤਾਂ ਸੀ। ਕਿਸੇ ਨਾ ਕਿਸੇ ਤਰ੍ਹਾਂ ਉਸ ਵਕਤ ਵੀ ਹਰਜੀਤ ਸਿੰਘ ਜੀਤਾ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਜਦੋਂ 2017 ਦੇ ਵਿੱਚ ਰਾਣਾ ਕੇਪੀ ਵਿਧਾਇਕ ਬਣੇ ਸੀਗੇ। ਸੋ ਇਹ ਕਿਤੇ ਨਾ ਕਿਤੇ ਮੈਂ ਸਮਝਦਾ ਵੀ ਇਹ ਗੁਰਿੰਦਰ ਸਿੰਘ ਵਾਲੀਆ, ਬੰਟੀ ਵਾਲੀਆ ਜਿਹਨੂੰ ਕਿਹਾ ਜਾਂਦਾ, ਇਹਦੇ ਵਿੱਚ ਇਹ ਕਿਤੇ ਨਾ ਕਿਤੇ ਆਏਗਾ। ਤੇ ਲੇਕਿਨ ਇਹ ਪੂਰੀ ਤਰ੍ਹਾਂ ਨਹੀਂ ਮੈਂ ਕਹਿ ਸਕਦਾ, ਕਿਉਂਕਿ ਸਿਆਸਤ ਦੇ ਵਿੱਚ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸੇ ਤਰ੍ਹਾਂ ਦੇ ਅਨੰਦਪੁਰ ਸਾਹਿਬ ਦੇ ਵਿੱਚ ਦੋਸ਼ ਜਿਹੜੇ ਜੀਤੇ ਤੇ ਵੀ ਲੱਗੇ ਆ ਵੀ ਜੀਤੇ ਨੇ ਪਿਛਲੇ 3 ਸਾਲ ਦੇ ਵਿੱਚ ਮਿਊਨਿਸਪਲ ਕੌਂਸਲ ਦੇ ਵਿੱਚ ਜਿੰਨਾ ਭ੍ਰਸ਼ਟਾਚਾਰ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ। ਆਪਣੇ ਠੇਕੇਦਾਰਾਂ ਨੂੰ ਠੇਕੇ ਦੇ ਕੇ ਵਿਕਰਮਜੀਤ ਸਿੰਘ ਨੂੰ ਠੇਕੇਦਾਰ ਬਣਾ ਦਿੱਤਾ ਜਿਹੜਾ ਗੱਦੀ ਦਾ ਡਰਾਈਵਰ ਹੁੰਦਾ ਸੀ। ਮਤਲਬ ਇਹੋ ਜਿਹੇ ਲੋਕਾਂ ਨੂੰ ਠੇਕੇ ਦੇ ਕੇ ਫਿਰ ਕੰਮ ਵੀ ਆਪ ਕਰਵਾ ਕੇ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਤਾਂ ਹਰਜੀਤ ਸਿੰਘ ਜੀਤਾ ਦੀ ਕਾਰਗੁਜ਼ਾਰੀ ਤੇ ਵੀ ਹੋਏ।
ਹਰਜੀਤ ਸਿੰਘ ਜੀਤਾ ਖੁਦ ਵਧੀਆ ਇਨਸਾਨ ਹੋ ਸਕਦੇ ਆ, ਲੇਕਿਨ ਸ਼ਾਇਦ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਉਹਨਾਂ ਵਧੀਆ ਨਹੀਂ ਹੈ। ਇਸ ਲਈ ਲੋਕ ਤਾਂ ਹੀ ਤਾਂ ਅਨੰਦਪੁਰ ਸਾਹਿਬ ਦੇ ਜਿੰਨੇ ਵੀ ਸ਼ਹਿਰ ਵਾਸੀ ਸੀਗੇ ਉਹ ਸਾਰੇ ਵਿਰੋਧ ਕਰ ਰਹੇ ਸੀ। ਹਾਂ, ਸ਼ਹਿਰ ਵਾਸੀਆਂ ਨੇ ਵੋਟ ਨਹੀਂ ਸੀ ਪਾਣੀ ਉਹਨਾਂ ਦੇ ਵਾਰਡ ਦੇ ਵਿੱਚ ਉਹਨਾਂ ਨੇ ਕੰਮ ਕਾਰ ਕਰਾਏ, ਉਹ ਦੁਬਾਰਾ ਐਮਸੀ ਬਣ ਗਏ। ਅਗਰ ਜੀਤਾ ਨੂੰ ਪ੍ਰਧਾਨ ਬਣਾ ਜਾਂਦੇ ਨੇ ਸ਼ਹਿਰ ਵਾਸੀ, ਕਿਉਂਕਿ ਜੀਤੇ ਨਾਲ ਨਾਰਾਜ਼ ਨੇ, ਤਾਂ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਰਾਣਾ ਕੇਪੀ ਅਗਲਾ ਵਿਧਾਨ ਸਭਾ ਦਾ ਚੁਣਾਵ ਦੇਖ ਰਹੇ ਹੋਣਗੇ। ਉਹ ਅਨੰਦਪੁਰ ਸਾਹਿਬ ਦੇ ਸਾਰੇ ਨਗਰ ਵਾਸੀਆਂ ਦੀ ਨਾਰਾਜ਼ਗੀ ਨਹੀਂ ਲੈ ਸਕਦੇ ਹਰਜੀਤ ਸਿੰਘ ਜੀਤਾ ਨੂੰ ਪ੍ਰਧਾਨ ਬਣਾਉਣਗੇ, ਕਿਉਂਕਿ ਉਹ ਸਮਝਦੇ ਨੇ ਵੀ ਇਹ ਜੀਤਾ ਨੂੰ ਪ੍ਰਧਾਨ ਬਣਾ ਦਿੱਤਾ ਤਾਂ ਕਿਤੇ ਇਹ ਨਾ ਹੋਵੇ ਵੀ ਸ਼ਹਿਰ ਦੇ ਵਿੱਚੋਂ ਮੈਨੂੰ ਵੋਟ ਹੀ ਨਾ ਪਵੇ ਕਾਂਗਰਸ ਦੀ, ਫਿਰ ਕੀ ਹੋਏਗਾ। ਲੇਕਿਨ ਦੋਸਤੋ, ਮੈਂ ਪਹਿਲਾਂ ਕਿਹਾ ਸਿਆਸਤ ਹੈ, ਸਿਆਸਤ ਦੇ ਵਿੱਚ ਕੁਝ ਨਹੀਂ ਹੈ। ਅਗਰ ਜਨਰਲ ਕੈਟਾਗਰੀ ਦੇ ਵਿੱਚ ਕੋਈ ਪ੍ਰਧਾਨ ਬਣਦਾ ਤਾਂ ਮੇਰੇ ਹਿਸਾਬ ਨਾਲ ਫਸਟ ਪ੍ਰਾਇੋਰਟੀ ਰਾਣਾ ਕੇਪੀ ਦੀ ਫਿਰ ਵੀ ਹਰਜੀਤ ਸਿੰਘ ਜੀਤਾ ਹੋਣਗੇ। ਹਰਜੀਤ ਸਿੰਘ ਜੀਤਾ ਨੂੰ ਪ੍ਰੈਫਰ ਕੀਤਾ ਜਾਏਗਾ ਪ੍ਰਧਾਨਗੀ ਲਈ, ਲੇਕਿਨ ਕਿਤੇ ਨਾ ਕਿਤੇ ਗੁਰਿੰਦਰ ਸਿੰਘ ਵਾਲੀਆ ਦੇ ਵੀ ਚਾਂਸਸ ਬਣਦੇ ਨੇ, ਉਹ ਵੀ ਪ੍ਰਧਾਨ ਬਣ ਸਕਦੇ ਨੇ, ਲੇਕਿਨ ਉਹ ਬਹੁਤ ਘੱਟ ਚਾਂਸਸ ਹੈ। ਹਰਜੀਤ ਸਿੰਘ ਜੀਤਾ ਅਗਰ ਜਨਰਲ ਕੈਟਾਗਰੀ ਦੀ ਆਉਂਦੀ ਹੈ ਤਾਂ ਫਿਰ ਦੁਬਾਰਾ ਸਾਨੂੰ ਪ੍ਰਧਾਨ ਦੇਖਣ ਨੂੰ ਮਿਲ ਸਕਦੇ ਨੇ। ਸੋ ਦੋਸਤੋ, ਇਹ ਐਨਾਲਿਸਿਸ ਹੈ, ਇਸ ਦੇ ਨਾਲ ਮੈਂ ਸਮਝਦਾ ਸਿਰਫ ਐਨਾਲਿਸਿਸ ਹੈ। ਪਤਾ ਤਾਂ ਸਾਰਾ ਜਦੋਂ ਰੋਟੇਸ਼ਨ ਪ੍ਰਣਾਲੀ ਆ ਗਈ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕੌਣ ਬਣੇਗਾ ਪ੍ਰਧਾਨ, ਲੇਕਿਨ ਕੋਸ਼ਿਸ਼ ਕੀਤੀ ਹੈ ਤੁਹਾਡੀਆਂ ਸ਼ੰਕਾਵਾਂ ਨੂੰ ਦੂਰ ਕਰਨ ਦੀ ਵੀ ਇਸ ਤਰ੍ਹਾਂ ਹੋ ਸਕਦਾ ਹੈ। ਔਰ ਇਹ ਵੀ ਕੱਲ੍ਹ ਨੂੰ ਹੋ ਸਕਦਾ ਹੈ ਪਰ ਪ੍ਰਵੀਨ ਕੌਸ਼ਲ ਜਿਹੜੀ ਹੈ 13ਵੀਂ ਸਿਰਫ ਇੱਕ ਐਮਸੀ ਹੈ ਜਿਹੜੀ ਅਲੱਗ ਹੈ ਹਲੇ ਤੱਕ 13ਵੀਂ, ਜਿਹੜੀ ਵਾਰਡ ਨੰਬਰ 5 ਤੋਂ ਜਿੱਤੀ ਹੈ, ਉਹ ਵੀ ਅਗਰ ਸਮਰਥਨ ਦੇ ਦਿੰਦੀ ਹੈ, ਚਾਹੇ ਉਹ ਬੀਜੇਪੀ 'ਚ ਰਹਿ ਕੇ ਸਮਰਥਨ ਦੇ ਦਿੰਦੀ ਹੈ, ਤਾਂ ਇੱਕ ਚੀਜ਼ ਇਹ ਵੀ ਹੈ ਦੋਸਤੋ ਕਿ ਅਗਰ 13 ਦੇ 13 ਐਮਸੀ ਇੱਕ ਬੰਦੇ ਦੇ ਉੱਤੇ ਆਪਸ ਦੇ ਵਿੱਚ ਸਮਝੌਤਾ ਕਰ ਲੈਂਦੇ ਆ, ਸਰਵਸੰਮਤੀ ਕਰ ਲੈਂਦੇ ਆ, ਯੂਨੈਨਿਮਸਲੀ ਇੱਕ ਬੰਦੇ ਨੂੰ ਚੁਣ ਲੈਂਦੇ ਆ, ਫਿਰ ਅਨੰਦਪੁਰ ਸਾਹਿਬ ਦੇ ਉੱਤੇ ਕੋਈ ਰੋਟੇਸ਼ਨ ਪ੍ਰਣਾਲੀ ਨਹੀਂ ਲੱਗੇਗੀ। ਫਿਰ ਅਨੰਦਪੁਰ ਸਾਹਿਬ ਦੇ ਵਿੱਚ ਜਿਹਨੂੰ ਉਹ 13 ਦੇ 13 ਉਮੀਦਵਾਰ ਇੱਕ ਮਤਾ ਪਾ ਕੇ ਇਹ ਲਿਖ ਕੇ ਦੇ ਦੇਣਗੇ ਸਰਕਾਰ ਨੂੰ ਵੀ ਸਾਨੂੰ ਆਹ ਬੰਦਾ ਮਨਜ਼ੂਰ ਹੈ, ਚਾਹੇ ਕੋਈ ਵੀ ਹੋਵੇ, ਉਹ ਚਾਹੇ ਰੀਤਾ ਹੋਵੇ, ਚਾਹੇ ਉਹ ਹਰਜੀਤ ਸਿੰਘ ਜੀਤਾ ਹੋਵੇ, ਚਾਹੇ ਬੰਟੀ ਵਾਲੀਆ ਹੋਵੇ, ਇਹਨਾਂ 13 ਦੇ ਵਿੱਚੋਂ ਕੋਈ ਹੋਏ, ਉਹਦੇ ਉੱਤੇ ਸਾਰਿਆਂ ਦੀ ਯੂਨੈਨਿਮਸਲੀ ਉਹ ਡਿਕਲੇਅਰ ਕਰ ਦੇਣ, ਇੱਕ ਸਰਵਸੰਮਤੀ ਹੋ ਜਾਵੇ ਵੀ ਸਾਨੂੰ ਨਗਰ ਕੌਂਸਲ ਲਈ ਆਹ ਪ੍ਰਧਾਨ ਬਾਕੀ ਦੇ ਜਿਹੜੇ ਹੈ ਐਮਸੀ ਉਹਨਾਂ ਨੂੰ ਮਨਜ਼ੂਰ ਹੈ, ਤਾਂ ਇਹ ਵੀ ਇੱਕ ਹੈ ਕਾਨੂੰਨ ਕਿ ਫਿਰ ਰੋਟੇਸ਼ਨ ਪ੍ਰਣਾਲੀ 'ਚ ਅਨੰਦਪੁਰ ਸਾਹਿਬ ਨਗਰ ਕੌਂਸਲ ਨਹੀਂ ਆਏਗੀ। ਫਿਰ ਜਿਸ ਨੂੰ ਸਰਵਸੰਮਤੀ ਦੇ ਨਾਲ ਬਾਕੀ ਸਾਰਿਆਂ ਨੇ ਪ੍ਰਧਾਨ ਬਣਾਇਆ ਹੈ ਉਹ ਮਨਜ਼ੂਰ ਹੋਏਗਾ, ਸਰਕਾਰ ਨੂੰ ਮਨਜ਼ੂਰ ਹੋਏਗਾ, ਸ਼ਹਿਰ ਵਾਸੀਆਂ ਨੂੰ ਮਨਜ਼ੂਰ ਹੋਏਗਾ। ਅਤੇ ਮੈਂ ਸਮਝਦਾ ਇਸ ਤੋਂ ਵੱਡਾ ਕੰਮ ਹੋ ਨਹੀਂ ਸਕਦਾ ਅਗਰ ਅਸੀਂ ਇਸ ਚੀਜ਼ ਨੂੰ ਅਖਤਿਆਰ ਕਰ ਲਈਏ। ਅਗਰ ਸਰਵਸੰਮਤੀ ਦੇ ਨਾਲ ਇੱਕ ਪ੍ਰਧਾਨ ਬਣਾ ਲਈਏ ਤਾਂ ਫਿਰ ਨਗਰ ਕੌਂਸਲ ਦਾ ਤਾਂ ਫਾਇਦਾ ਹੈ ਹੀ ਹੈ, ਮੈਂ ਸਮਝਦਾ ਸਾਡੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਸਾਰਾ ਫਾਇਦਾ ਹੈ। ਸੋ ਅੱਜ ਇੰਨਾ ਹੀ। ਦੇਖਣਾ ਤਾਂ ਹੁਣ ਉਦੋਂ ਤੱਕ ਹੋਏਗਾ ਜਦੋਂ ਤੱਕ ਰੋਟੇਸ਼ਨ ਪ੍ਰਣਾਲੀ ਨਹੀਂ ਆਉਂਦੀ ਅਤੇ ਇੱਥੇ ਕੀ ਹੁੰਦਾ, ਜਾਂ ਪ੍ਰਵੀਨ ਕੌਸ਼ਲ ਆਪਣਾ ਸਮਰਥਨ ਦਿੰਦੀ ਹੈ ਜਾਂ ਨਹੀਂ ਦਿੰਦੀ, ਆਉਣ ਵਾਲਾ ਸਮਾਂ ਦੱਸੇਗਾ। ਲੇਕਿਨ ਇੱਕ ਜੋ ਐਨਾਲਿਸਿਸ ਸੀ ਉਹ ਤੁਹਾਡੇ ਰੂਬਰੂ ਕੀਤਾ, ਬਹੁਤ ਸਾਰੀਆਂ ਮਨ ਦੇ ਵਿੱਚ ਸ਼ੰਕਾਵਾਂ ਸੀ ਉਹ ਦੂਰ ਕੀਤੀਆਂ। ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ SDTV ਪ੍ਰਾਈਮ ਦੇ ਨਾਲ ਜੁੜਦੇ ਰਹੋਗੇ, ਇਸ ਨੂੰ ਦੇਖਦੇ ਰਹੋਗੇ, ਅਤੇ ਸਾਡੇ ਨਾਲ ਜੁੜਨ ਦਾ ਤੁਹਾਡੇ ਕੋਲ ਇੱਕੋ ਇੱਕ ਜ਼ਰੀਆ ਕਿ SDTV ਪ੍ਰਾਈਮ ਨੂੰ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ। ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਜ਼ਰੂਰ ਦਬਾ ਦੇਣਾ ਤਾਂ ਕਿ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਜਲਦੀ ਤੋਂ ਜਲਦੀ ਪੁੱਜਦੇ ਰਹਿ ਸਕਣ। ਫਿਲਹਾਲ ਆਪਣੇ ਦੋਸਤ ਤੇ ਹੋਸਟ ਸ਼ਮੀ ਡਾਬਰਾ ਦੀ ਇਜਾਜ਼ਤ। ਨਮਸਕਾਰ।